ਬੌਬੀ ਦੇ ਨਾਲ ਵੇਲਾ ਕਿਉਂ ਲਾਇਆ ਹੋਇਆ ਵਾ? ਸਾਰਾ ਦਿਨ ਤਾਂ ਬਲੱਡ ਡੋਨੇਸ਼ਨ ਕੈਂਪ ਲਾਉਂਦਾ ਰਹਿੰਦਾ, ਫਿਰ ਕੈਂਸਰ ਹਸਪਤਾਲ ਵਿੱਚ ਲੰਗਰ ਲਾਉਂਦਾ ਰਹਿੰਦਾ, ਫਿਰ ਡੈਡ ਬੋਡੀਆਂ ਵੀ ਛੱਡ ਦਿੰਦਾ। ਤੇ ਉਹਨੇ ਇਸ ਵਿੱਚ ਲਿਖਿਆ ਸੀ ਕਿ ਇਦਾਂ ਦਾ ਵੇਲਾ ਮੇਰੇ ਸ਼ਹਿਰ ਵਿੱਚ ਕਿਉਂ ਨਹੀਂ ਹੈ। 2014 'ਚ ਅਸੀਂ ਇੱਕ ਲੰਗਰ ਸ਼ੁਰੂ ਕੀਤਾ ਜੋ ਆਪਣੇ ਆਪ ਵਿੱਚ ਇੱਕ ਮਿਸਾਲ ਬਣ ਗਿਆ। ਲੰਗਰ ਦਾ ਵੈਨਿਊ ਅਸੀਂ ਬਦਲ ਦਿੱਤਾ, ਲੰਗਰ ਦਾ ਵੈਨਿਊ ਬਣਾਇਆ ਹਸਪਤਾਲ। ਮੈਂ ਉਹਨਾਂ ਨੂੰ ਇਹੋ ਕਹਿੰਦਾ ਕਿ ਤੁਸੀਂ ਉੱਥੇ ਕਿਸੇ ਹੋਰ ਧਰਮ ਦੇ ਕਿਸੇ ਵੀ ਐਸੇ ਜ਼ਰੂਰਤਮੰਦ ਦੀ ਮਦਦ ਕਰ ਦਿਓ ਤਾਂ ਕਿ ਤੁਹਾਡੀ ਪਗੜੀ ਨੂੰ ਰਿਕਗਨਾਈਜ਼ ਕਰਕੇ ਇਹ ਸੋਚੇ ਕਿ ਸਰਦਾਰ ਇੱਥੇ ਵੀ, ਜਾਪਾਨ ਵਿੱਚ ਵੀ ਸਰਦਾਰ ਕਿਸੇ ਦੀ ਮਦਦ ਕਰ ਸਕਦੇ ਨੇ। ਆਪਣੇ ਆਪ ਵਿੱਚ ਗਰਵ ਦੀ ਗੱਲ ਵੀ ਹੈ ਤੇ ਸ਼ਰਮ ਦੀ ਗੱਲ ਵੀ ਹੈ ਕਿ ਮੇਰੇ ਨਾਲ 32,000 ਬੱਚੇ ਜੁੜੇ ਹੋਏ ਨੇ। ਤੁਸੀਂ ਜੋ ਸੋਚੋ ਸਿਰਫ 32 ਸ਼ਾਇਦ ਸਰਦਾਰਾਂ ਦੇ ਪਰਿਵਾਰਾਂ ਦੇ ਬੱਚੇ ਨੇ, ਬਾਕੀ ਤਾਂ ਸਾਰੇ 31,968 ਬੱਚੇ ਜਿਹੜੇ ਨੇ ਉਹ ਸਾਰੇ ਗੈਰ ਸਿੱਖ ਹੈਗੇ ਨੇ। ਤੇ ਅਗਰ ਸਾਨੂੰ ਦੂਜੇ ਦਾ ਦਰਦ ਨਹੀਂ ਦਿਖਾਈ ਦੇ ਰਿਹਾ ਤੇ ਅਸੀਂ ਇਨਸਾਨ ਨਹੀਂ ਹਾਂ, ਹਜੇ ਵੀ ਫਿਰ ਕਿਸੇ ਜਾਨਵਰ ਦੀ ਜੂਨ ਵਿੱਚ ਪੈਦਾ ਹੋਏ ਹਾਂ। ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਬੋਲ ਅਸੀਂ ਹਮੇਸ਼ਾ ਸੁਣੇ ਨੇ, ਪਰ ਇੱਕ ਇਨਸਾਨ ਇਹੋ ਜਿਹਾ ਵੀ ਹੈ ਜਿਹੜਾ ਇਹਨਾਂ ਬੋਲਾਂ ਤੇ ਕੰਮ ਵੀ ਕਰ ਰਿਹਾ। ਜੀ ਹਾਂ, ਅਸੀਂ ਅੱਜ ਪਹੁੰਚ ਚੁੱਕੇ ਹਾਂ ਸ਼ਿਮਲਾ। ਸਰ, ਇਹ ਦੇਖਿਆ ਹੈ ਕਿ ਦੇਸ਼ ਹੋਵੇ ਭਾਵੇਂ ਵਿਦੇਸ਼ ਹੋਵੇ, ਹਰ ਜਗ੍ਹਾ ਲੰਗਰ ਮਿਲਦਾ ਹੈ ਗੁਰਦੁਆਰਿਆਂ ਦੇ ਵਿੱਚ। ਜਿੱਥੇ ਵੀ ਤੁਹਾਨੂੰ ਪੰਜਾਬੀ ਦਿਖਣਗੇ ਗੁਰਦੁਆਰਾ ਦਿਖੇਗਾ, ਲੰਗਰ ਦਿਖੇਗਾ। ਪਰ ਤੁਸੀਂ ਇਹ ਕਦੇ ਨਹੀਂ ਸੁਣਿਆ ਹੋਵੇਗਾ ਕਿ ਹਸਪਤਾਲਾਂ ਦੇ ਵਿੱਚ ਵੀ ਲੰਗਰ ਹੋ ਸਕਦਾ ਹੈ। ਤੇ ਇਸੇ ਮਿਸਾਲ ਨੂੰ ਕਾਇਮ ਕੀਤਾ ਹੈ ਤੇ ਸ਼ੁਰੂ ਕੀਤਾ ਹੈ ਸਰਬਜੀਤ ਸਿੰਘ ਬੌਬੀ ਵੇਲਾ ਜੀ ਨੇ। ਜੀ ਹਾਂ, ਬੌਬੀ ਜੀ ਨੇ ਇਹ ਪ੍ਰਥਾ ਸ਼ੁਰੂ ਕੀਤੀ ਹੈ ਤੇ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਉਹ ਇਹ ਚੀਜ਼ ਨੂੰ ਚਲਾ ਵੀ ਰਹੇ ਨੇ। ਅੱਜ ਮੈਂ ਉਹਨਾਂ ਨਾਲ ਤੁਹਾਨੂੰ ਮਿਲਵਾਉਣ ਜਾ ਰਹੀ ਹਾਂ ਤੇ ਮੈਂ ਤੁਹਾਨੂੰ ਦੱਸਾਂਗੀ ਕਿ ਉਹਨਾਂ ਨੇ ਇਹ ਸਭ ਕੁਝ ਕਿੱਦਾਂ ਸ਼ੁਰੂ ਕੀਤਾ, ਉਹਨਾਂ ਨੂੰ ਕੀ ਦਿੱਕਤਾਂ ਆਈਆਂ। ਸੋ ਆਓ ਫਿਰ ਆਪਾਂ ਚੱਲਦੇ ਹਾਂ ਉਹਨਾਂ ਦੇ ਘਰੇ ਤੇ ਉਹਨਾਂ ਨੂੰ ਮਿਲਦੇ ਹਾਂ। ਜੋ ਕਿਸੇ ਰੋਂਦੇ ਨੂੰ ਹਸਾਉਂਦਾ ਹੈ, ਕਿਸੇ ਭੁੱਖੇ ਨੂੰ ਖਵਾਉਂਦਾ ਹੈ, ਅਜਿਹੀ ਇੱਕ ਹਸਤੀ ਨੇ ਹਿਮਾਚਲ ਦੇ ਸਿੱਖ, ਜ਼ਿੰਦਗੀ ਨੂੰ ਜ਼ਿੰਦਾ ਦਿਲੀ ਨਾਲ ਜਿਉਣ ਵਾਲੇ ਤੇ ਦੂਜਿਆਂ ਨੂੰ ਜੀਣਾ ਸਿਖਾਉਣ ਵਾਲੇ ਰੀਅਲ ਹੀਰੋ ਸਰਬਜੀਤ ਸਿੰਘ ਬੌਬੀ, ਜਿਸ ਨੂੰ ਲੋਕ ਵੇਲਾ ਬੌਬੀ ਦੇ ਨਾਂ ਤੋਂ ਵੀ ਜਾਣਦੇ ਨੇ, ਜਿਸ ਨੇ ਇੱਕ ਰੋਟੀ ਬੈਂਕ ਸ਼ੁਰੂ ਕੀਤਾ ਤੇ ਉਸ ਬੈਂਕ ਸਾਹਮਣੇ ਕਦੇ ਵੀ ਭੁੱਖ ਨੇ ਦਸਤਕ ਨਹੀਂ ਦਿੱਤੀ। ਸਾਡੇ ਗੁਰੂਆਂ ਦੁਆਰਾ ਸ਼ੁਰੂ ਕੀਤਾ ਕਾਰਜ ਲੰਗਰ ਪ੍ਰਥਾ ਦੇ ਨਕਸ਼ੇ ਕਦਮ ਤੇ ਸਰਬਜੀਤ ਸਿੰਘ ਬੌਬੀ ਪੂਰਾ ਖਰਾ ਉਤਰਦੇ ਨੇ। ਫ੍ਰੀ ਡੈਡ ਬੋਡੀ ਸੇਵਾ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਅੱਜ ਬੌਬੀ ਸਿੰਘ ਹਿਮਾਚਲ ਵਿੱਚ ਗਰੀਬਾਂ ਦਾ ਮਸੀਹਾ, ਮਾਨਵ ਸੇਵਕ, ਰੱਬ ਦਾ ਬੰਦਾ, ਸਰਦਾਰ ਜੀ ਤੇ ਹੋਰ ਕਈ ਨਾਮਾਂ ਤੋਂ ਜਾਣੇ ਜਾਂਦੇ ਨੇ। ਅੱਜ ਕੱਲ੍ਹ ਦੀ ਬਿਜ਼ੀ ਲਾਈਫ ਵਿੱਚ ਜਿੱਥੇ ਲੋਕ ਆਪਣੇ ਲਈ ਸਮਾਂ ਨਹੀਂ ਕੱਢ ਸਕਦੇ, ਉੱਥੇ ਬੌਬੀ ਸਿੰਘ ਹਰ ਕਿਸੇ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਨੇ। ਗੱਭਰੂ ਟੀਵੀ ਸਜਦਾ ਕਰਦਾ ਹੈ ਇਹੋ ਜਿਹੇ ਸਿੱਖ ਆਫ ਇੰਡੀਆ ਨੂੰ। ਆਓ ਜੀ, ਫਿਰ ਹੁਣ ਅਸੀਂ ਸਵਾਗਤ ਕਰਦੇ ਹਾਂ ਸਰਬਜੀਤ ਸਿੰਘ ਬੌਬੀ ਵੇਲਾ ਜੀ ਦਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਕਿਵੇਂ ਹੋ ਸਰ? ਮੈਂ ਠੀਕ ਹਾਂ ਜੀ, ਤੁਸੀਂ ਸੁਣਾਓ? ਸਰਬਜੀਤ ਸਿੰਘ ਤੇ ਠੀਕ ਹੈ, ਨਾਰਮਲ ਨੇਮ, ਪਰ ਬੌਬੀ ਦੇ ਨਾਲ ਵੇਲਾ ਕਿਉਂ ਲਾਇਆ ਹੋਇਆ ਵਾ? ਮਤਲਬ ਸਭ ਤੋਂ ਪਹਿਲਾਂ ਤੇ ਮੈਂ ਇਹੋ ਪੁੱਛਣਾ ਚਾਹੂੰਗੀ ਤੁਹਾਨੂੰ। ਇਹ ਅਕਸਰ ਸਾਰੇ ਹੀ ਪੁੱਛਦੇ ਨੇ ਕਿ ਵੇਲਾ ਨਾਮ ਕਿਉਂ ਲਿਖਿਆ ਜਾਂਦਾ ਹੈ। ਇਹ ਖੈਰ ਕੁਝ ਸਾਲ ਪੁਰਾਣੀ ਗੱਲ ਹੈ ਕਿ ਜਦ ਮੈਂ ਬਹੁਤ ਸਾਰਾ ਬਿਜ਼ੀ ਰਹਿੰਦਾ ਸੀ ਤੇ ਉਸਨੂੰ ਕਿਸੇ ਇੱਕ ਮੇਰੇ ਦੋਸਤ ਨੇ ਹੀ ਕਟਾਕਸ਼ ਕੀਤਾ ਸੀ। ਇੱਕ ਪੋਸਟ ਪਾਈ ਸੀ ਉਹਨੇ ਕਿ ਇਹ ਸਾਰਾ ਦਿਨ ਵਿਹਲੇ ਕੰਮ ਕਰਦਾ ਰਹਿੰਦਾ, ਸਾਰਾ ਦਿਨ ਤਾਂ ਬਲੱਡ ਡੋਨੇਸ਼ਨ ਕੈਂਪ ਲਾਉਂਦਾ ਰਹਿੰਦਾ, ਫਿਰ ਕੈਂਸਰ ਹਸਪਤਾਲ ਵਿੱਚ ਲੰਗਰ ਲਾਉਂਦਾ ਰਹਿੰਦਾ, ਫਿਰ ਡੈਡ ਬੋਡੀਆਂ ਵੀ ਛੱਡ ਦਿੰਦਾ। ਤੇ ਉਹਨੇ ਇਸ ਵਿੱਚ ਲਿਖਿਆ ਸੀ ਕਿ ਇਦਾਂ ਦਾ ਵੇਲਾ ਮੇਰੇ ਸ਼ਹਿਰ ਵਿੱਚ ਕਿਉਂ ਨਹੀਂ ਹੈ। ਤੇ ਉਹ ਪੋਸਟ ਇਤਨੀ ਵਾਇਰਲ ਹੋਈ ਕਿ ਉਹਨੇ ਇਸ ਵਿੱਚ ਲਿਖਿਆ ਸੀ ਕਿ ਇਦਾਂ ਦਾ ਵੇਲਾ ਮੇਰੇ ਸ਼ਹਿਰ 'ਚ ਵੀ ਹੋਣਾ ਚਾਹੀਦਾ ਜਿੱਦਾਂ ਦਾ ਬੌਬੀ ਵੇਲਾ ਹੈਗਾ। ਸਰ, ਤੁਸੀਂ ਸ਼ਿਮਲਾ 'ਚ ਕੰਮ ਕਰਦੇ ਹੋ, ਹੈ ਨਾ? ਲਾਈਕ ਇੱਥੇ ਗਰਾਊਂਡ ਲੈਵਲ 'ਤੇ ਕੰਮ ਕਰਦੇ ਹੋ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹੋ ਜਾਣਨਾ ਚਾਹੂੰਗੀ ਕਿ ਤੁਸੀਂ ਕਿਹੜੀਆਂ ਸੇਵਾਵਾਂ ਕਰਦੇ ਹੋ, ਸਾਡੀ ਆਡੀਅנס ਨੂੰ ਦੱਸ ਦਿਓ। ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਕੋਈ ਵੀ ਕੰਮ ਇਸ ਧਰਤੀ ਦਾ ਕਿ ਕਿਸੇ ਵੀ ਮੰਡਲ ਦਾ ਪਰਮਾਤਮਾ ਦੀ ਕਿਰਪਾ ਤੋਂ ਬਗੈਰ ਨਹੀਂ ਹੋ ਸਕਦਾ। ਇਹ ਸਤਿਗੁਰਾਂ ਨੇ ਸੇਵਾ ਬਖਸ਼ੀ ਹੈ ਤੇ ਅਸੀਂ ਕਰ ਰਹੇ ਹਾਂ। ਗੁਰਬਾਣੀ ਦੀ ਇੱਕ ਤੁਕ ਹੈਗੀ ਹੈ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ,
साबिद तुम हर जानो आपे, हम रुलते फिरते कोई बात ना पूछता, गुर सतगुर संग कीरे हम थापे। तो इदा ही ये सेवा परमात्मा ने बख्शी है, तो जड़ी जड़ी भी वो सेवा बख्श रहा उदा उदा मैं उसनूं निभा रहा। वैसे तो मैं एक कारोबारी हाँ, मेरा जुत्तियां दा व्यापार है, लेकिन अज तो 20-25 साल पहले मैं ब्लड डोनेशन कैंपां तो सेवा शुरू की सी। नाल दे नाल फिर साल 2 साल मगरों दी मैं डैड बॉडी वैन की सेवा शुरू कर दी। वो भी एक शौकीया तौर पर की सी, क्योंकि उस गड्डी नूं चलाउण दा एक आनंद ही होर सी। लेकिन धीरे धीरे उस सेवा का रूप लै गई। 2014 च असीं एक लंगर शुरू किया जो अपने आप विच एक मिसाल बन गया। इस करके नहीं कि वो सेवा मैं कर रहा सी, इस करके कि वो बेहतरीन काम अपने आप ही बड़ा बेहतरीन काम है। लंगर का वेन्यू असीं बदल दिता, लंगर का वेन्यू बनाया हस्पताल। हॉस्पिटल ਦੇ ਵਿੱਚ ਲੰਗਰ, मतलब ਇਹ ਚੀਜ਼ ਬੰਦਾ ਸੋਚ ਵੀ ਨਹੀਂ ਸਕਦਾ, ਤੇ ਤੁਸੀਂ ਇਹ ਚੀਜ਼ ਕਰ ਰਹੇ ਹੋ। ਤੇ ਤੁਹਾਨੂੰ ਇਸ ਚੀਜ਼ ਦੀ ਪ੍ਰੇਰਨਾ ਕਿੱਥੋਂ ਮਿਲੀ, ਜਾਂ ਤੁਸੀਂ ਕਿੱਦਾਂ ਸੋਚਿਆ ਕਿ ਤੁਸੀਂ ਹਸਪੀਟਲ 'ਚ ਹੀ ਲੰਗਰ ਖੋਲ੍ਹਣਾ ਹੈ? ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਡੈਡ ਬੋਡੀ ਵੈਨ ਦੀ ਸੇਵਾ ਕਰ ਰਿਹਾ ਸੀ, ਤੇ ਉਹ ਸੇਵਾ ਕਰਦਿਆਂ ਮੈਂ ਮਰੀਜ਼ਾਂ ਦੇ ਕਾਫੀ ਨਜ਼ਦੀਕ ਆ ਕੇ ਦੇਖਿਆ ਕਿ ਕੁਝ ਮਰੀਜ਼ ਜੋ ਬੜੇ ਲਾਚਾਰ ਬੇਬਸ ਹੁੰਦੇ ਸਨ, ਤੇ ਮੈਂ ਸੋਚਿਆ ਕਿਉਂ ਨਾ ਲੰਗਰ ਨੂੰ ਅਸੀਂ ਹੁਣ ਚੇਂਜ ਕਰੀਏ, ਇਹਨਾਂ ਦੇ ਵੈਨਿਊ ਚੇਂਜ ਕਰੀਏ। ਤੇ ਹਿਮਾਚਲ ਵਿੱਚ ਦੀ ਸ਼ੁਰੂਆਤ ਕੀਤੀ, ਕਿਉਂਕਿ ਅਕਸਰ ਮੈਂ ਜਦ ਥੱਲੇ ਜਾਂਦਾ ਸੀ ਚੰਡੀਗੜ੍ਹ PGI ਤੇ ਦੇਖਦਾ ਸੀ ਕਿ ਕੁਝ ਗੱਡੀਆਂ ਵਾਲੇ ਉੱਥੇ ਆ ਕੇ ਤੇ ਹਸਪਤਾਲਾਂ ਦੇ ਬਾਹਰ ਲੰਗਰ ਲਗਾਉਂਦੇ, ਤੇ ਬੜਾ ਇੱਕ ਮਨ 'ਚ ਚਾਹ ਸੀਗਾ ਕਿ ਅਸੀਂ ਵੀ ਕਿਉਂ ਨਹੀਂ ਹਿਮਾਚਲ ਸ਼ੁਰੂ ਕਰੀਏ। ਤੇ 2000 ਵਿੱਚ ਇੱਦਾਂ ਦਾ ਕੁਝ ਸੋਚਿਆ, ਹਾਲਾਂਕਿ ਉਹ ਕਾਫੀ ਸਮਾਂ ਲੱਗ ਗਿਆ ਸਰਕਾਰ ਕੋਲੋਂ ਪਰਮਿਸ਼ਨਾਂ ਲੈਣ ਵਿੱਚ। ਉਹ ਇੱਕ ਵੱਖਰੀ ਗੱਲ ਹੈ ਕਿ ਕੋਈ ਵੀ ਕੰਮ ਸ਼ੁਰੂ ਕਰਨਾ ਹੋਏ ਤੇ ਆਸਾਨੀ ਨਾਲ ਨਹੀਂ ਹੁੰਦਾ, ਤੇ ਪਰਮਾਤਮਾ ਉਹਦੀ ਇੱਕ ਪ੍ਰੀਖਾ ਲੈਂਦਾ ਕਿ मैं देखदा कि तेरे अंदर कमिटमेंट लैवल कितना है। जब भी तुसी किसी काम लई असफल होंदे हो, बार बार होंदे हो, तो असफल इस करके नहीं हो रहे होंदे कि काम नहीं होना, परमात्मा वालों तुहाडी बार बार परीक्षा लिती जा रही होंदी है। तो साडी भी वो परीक्षा लगभग 6-7 महीने चली। परमात्मा ने भी साडा कमिटमेंट लैवल देखा, तो 25 अक्तूबर 2014 ਨੂੰ हिमाचल का पहला लंगर IGMC शिमला, जो हिमाचल का सब तो वड्डा हस्पताल है, उत्थे शुरू हो गया चाह ते बिस्कुटां दा। ਹੁਣ ਤੁਸੀਂ ਹਸਪਤਾਲ ਦੇ ਨਾਲ ਜੁੜੇ ਹੋਏ ਹੋ, ਹੈ ਨਾ, ਤੁਸੀਂ ਉੱਥੇ ਲੰਗਰ ਲਗਾਉਂਦੇ ਹੋ, ਤੇ ਤੁਸੀਂ ਦੇਖਿਆ ਕਿ ਕਦੀ ਕੋਈ NRI ਜਾਂ ਫਿਰ ਕੋਈ ਵੀ ਮਤਲਬ ਡੋਨੇਸ਼ਨ ਦੇਣ ਆ ਰਿਹਾ ਹੋਵੇ ਤੁਹਾਡੇ ਹਸਪੀਟਲਸ ਦੇ ਵਿੱਚ? ਅਸੀਂ NRIs ਕੋਲੋਂ ਡੋਨੇਸ਼ਨਸ ਨਹੀਂ ਲੈ ਸਕਦੇ, ਲੇਕਿਨ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਨੇ ਕਿ ਤੁਸੀਂ ਇੰਡੀਆ 'ਚ ਆਪਣੇ ਕਿਸੇ ਰਿਸ਼ਤੇਦਾਰ ਨੂੰ ਬੋਲੋ ਕਿ ਉਹ ਸਾਨੂੰ ਡੋਨੇਸ਼ਨ ਦੇ ਦੇ, ਤੁਸੀਂ ਭਾਵੇਂ ਉਸ ਨੂੰ ਦੇ ਦਿਓ, ਕਿਉਂਕਿ ਸਾਡੇ 9 ਜਿਹੜੇ ਇੰਡੀਆ ਦੇ ਡੋਨੇਸ਼ਨਸ ਦੇ ਨੇ ਸਾਡੇ ਕੋਲੋਂ ਪਰਮਿਸ਼ਨਸ ਨਹੀਂ ਨੇ। ਲੇਕਿਨ ਇੰਡੀਆ ਦੇ ਬਹੁਤ ਸਾਰੇ ਜਿਹੜੇ NRI ਬਾਹਰ ਜਾ ਕੇ ਵਸ ਗਏ ਨੇ, ਆਪਣੇ ਰਿਸ਼ਤੇਦਾਰਾਂ ਦੇ ਰਾਹੀਂ ਸਾਨੂੰ ਡੋਨੇਸ਼ਨਸ ਭੇਜ ਸਕਦੇ ਨੇ, ਹੁਣ ਵੀ ਭੇਜਦੇ ਰਹਿੰਦੇ ਨੇ। ਲਗਭਗ 60 ਕੰਟਰੀਆਂ ਤੋਂ ਜਿਹੜੇ ਲੋਕੀ ਨੇ ਮੇਰੇ ਨਾਲ ਜੁੜੇ ਹੋਏ ਨੇ। ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਜਾਪਾਨ ਤੋਂ ਇੱਕ ਬੰਦਾ, ਇੱਕ ਮਲੇਸ਼ੀਆ ਤੋਂ ਬੰਦਾ ਕਦੀ ਕਦੀ ਮੈਨੂੰ ਫੋਨ ਕਰਦਾ, ਤੇ ਉਹ ਕਹਿੰਦੇ ਜੀ ਸਾਡੇ ਤਾਂ ਇੱਥੇ ਕੋਈ ਹੈ ਹੀ ਨਹੀਂ, ਅਸੀਂ ਕਿੱਦਾਂ ਡੋਨੇਸ਼ਨ ਭੇਜੀਏ। ਤੇ ਮੈਂ ਉਹਨਾਂ ਨੂੰ ਇਹੀ ਕਹਿੰਦਾ ਕਿ ਤੁਸੀਂ ਉੱਥੇ ਕਿਸੇ ਹੋਰ ਧਰਮ ਦੇ ਕਿਸੇ ਵੀ ਐਸੇ ਜ਼ਰੂਰਤਮੰਦ ਦੀ ਮਦਦ ਕਰ ਦਿਓ ਜਿਸ ਨੂੰ ਉਸ ਮਦਦ ਦੀ ਲੋੜ ਹੈਗੀ ਹੈ, ਤਾਂ ਕਿ ਤੁਹਾਡੀ ਪਗੜੀ ਨੂੰ ਰਿਕਗਨਾਈਜ਼ ਕਰਕੇ ਇਹ ਸੋਚੇ ਕਿ ਸਰਦਾਰ ਇੱਥੇ ਵੀ, ਜਾਪਾਨ ਵਿੱਚ ਵੀ ਸਰਦਾਰ ਕਿਸੇ ਦੀ ਮਦਦ ਕਰ ਸਕਦੇ ਨੇ। ਤੇ ਤੁਸੀਂ ਜਿੱਦਾਂ ਤੁਸੀਂ ਦੱਸ ਰਹੇ ਸੀ ਕਿ ਤੁਹਾਡਾ ਸ਼ੂ ਦਾ ਬਿਜ਼ਨਸ ਆ, ਹੈ ਨਾ, ਤੇ ਸ਼ੂ ਦਾ ਬਿਜ਼ਨਸ ਵੀ ਕਰਨਾ, ਫਿਰ ਐਂਬੂਲੈਂਸ ਵੈਨ ਵੀ, ਫਿਰ ਲੰਗਰ ਵੀ, ਫਿਰ ਲੰਗਰ ਇਕੱਠਾ ਵੀ ਕਰਨਾ, ਇਹ ਸਾਰੇ 'ਚ ਮਤਲਬ ਤੁਹਾਡੇ ਕੋਲ ਕਿੰਨੇ ਮੈਂਬਰਸ ਨੇ ਜਿਹੜੇ ਇਕੱਠੇ ਹੋ ਕੇ ਤੁਸੀਂ ਕਰਦੇ ਹੋ ਇਹ ਸਭ? ਅਸੀਂ ਇਸ ਤਰ੍ਹਾਂ ਤਾਂ ਕੋਈ ਮੈਂਬਰਸ਼ਿਪ ਨਹੀਂ ਰੱਖੀ ਹੈ, ਜੋ ਵੀ ਸਾਡੇ ਨਾਲ ਜੁੜਨਾ ਚਾਹੁੰਦਾ ਉਹ ਜੁੜ ਸਕਦਾ, ਕਿਉਂਕਿ ਮੈਂ ਇਨ ਮੈਂਬਰਸ਼ਿਪ ਵਾਲੇ ਫਾਰਮੂਲੇ 'ਚ ਨਹੀਂ ਫਸਣਾ ਚਾਹੁੰਦਾ, ਕਿਉਂਕਿ ਬਹੁਤ ਸਾਰੀ NGOs ਸਿਰਫ ਮੈਂਬਰ ਬਣਾ ਕੇ, ਬਹੁਤ ਸਾਰੀ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਹੀ, ਬਹੁਤ ਸਾਰੀਆਂ ਆਪਣੀ ਮੈਂਬਰਸ਼ਿਪ ਫੀਸ ਰੱਖ ਲੈਂਦੀਆਂ ਨੇ, ਸਿਰਫ ਡੋਨੇਸ਼ਨਸ ਇਕੱਠੀਆਂ ਕਰਦੀਆਂ ਨੇ। ਮੈਂ ਬਿਲੀਵ ਕਰਦਾ ਕੰਮ ਕਰਨ ਵਿੱਚ, ਕਿ ਜੋ ਵੀ ਕੰਮ ਕਰਨਾ ਚਾਹੁੰਦਾ ਉਹ ਆ ਕੇ ਕੰਮ ਕਰੇ। ਵਰਲਡ ਵਾਈਡ ਤੋਂ ਵੀ ਜਦ ਮੈਨੂੰ ਫੋਨ ਆਉਂਦੇ ਨੇ, ਜਾਂ ਥਰੂ ਆਊਟ ਇੰਡੀਆ ਤੋਂ ਵੀ ਜਦ ਵੀ ਫੋਨ ਆਉਂਦੇ ਨੇ, ਲਗਭਗ ਰੋਜ਼ ਹੀ ਆਏ ਰਹਿੰਦੇ ਨੇ, ਤੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਕਹਿੰਦਾ ਕਿ ਸਰਕਾਰੀ ਨਜ਼ਦੀਕੀ ਹਸਪਤਾਲ ਵਿੱਚ ਚਲੇ ਜਾਓ। ਹੁਣੇ ਪਿਛਲੇ ਦਿਨੋਂ ਹੀ ਮੈਨੂੰ ਗੁਹਾਟੀ ਤੋਂ ਕਿਸੇ ਇੱਕ ਗੈਰ ਸਿੱਖ ਦਾ ਫੋਨ ਆਇਆ, ਕਿਸੇ ਲੇਡੀ ਦਾ। ਉਹ 4-5 ਮਹੀਨਿਆਂ ਤੋਂ ਮੇਰੇ ਨਾਲ ਕੰਟੈਕਟ ਵਿੱਚ ਹੈਗੇ ਸਨ, ਤੇ ਉਹਨਾਂ ਨੂੰ ਮੈਂ ਇਹੋ ਕਹਿੰਦਾ ਨਾ ਕਿ ਤੁਸੀਂ ਆਪਣੇ ਘਰੇ ਸਵੇਰੇ ਚਾਹ ਦੇ 10-15-20 ਕੱਪ ਬਣਾ ਲਿਆ ਕਰੋ, ਨਜ਼ਦੀਕੀ ਸਰਕਾਰੀ ਹਸਪਤਾਲ ਜਾ ਕੇ ਸਵੇਰੇ 7 ਵਜੇ ਜਾਂ ਸ਼ਾਮੀ 7 ਵਜੇ ਉਹਨਾਂ ਨੂੰ ਚਾਹ ਦੇ ਦਿਆ ਕਰੋ। ਮੈਂ ਗਾਰੰਟੀ ਦੇਣਾ ਕਿ ਪ੍ਰਮਾਤਮਾ ਕਿਰਪਾ ਕਰੇਗਾ ਕਿ 3 ਮਹੀਨਿਆਂ ਬਾਅਦ ਤੁਸੀਂ ਇਕੱਲੇ ਨਹੀਂ ਹੋਵੋਗੇ, ਕੋਈ ਨਾ ਕੋਈ ਰਸ ਬਿਸਕਿਟ ਲੈ ਕੇ ਪਹੁੰਚ ਜਾਏਗਾ। ਜਿਹੜੇ ਸ਼ਾਮ ਦੀ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਕਹਿੰਦਾ 10 ਪੈਕੇਟ ਆਪਣੇ ਘਰ ਚਪਾਤੀਆਂ ਦੇ ਬਣਾ ਲਓ, ਚਪਾਤੀ ਦੇ ਉੱਪਰ ਥੋੜੀ ਸਬਜ਼ੀ ਬਣਾ ਲਓ, ਤੇ ਨਜ਼ਦੀਕੀ ਸਰਕਾਰੀ ਹਸਪਤਾਲ ਪਹੁੰਚ ਜਾਓ ਤੇ ਸੇਵਾ ਕਰੋ। ਮੈਸੇਜ ਇਹੀ ਹੈ ਕਿ ਸਾਨੂੰ
ਇਨਸਾਨ ਦੇ ਰੂਪ ਵਿੱਚ ਅਗਰ ਜਨਮ ਮਿਲਿਆ ਤੇ ਇਨਸਾਨ ਤੇ ਜਾਨਵਰ ਵਿੱਚ ਇਹੀ ਇੱਕ ਫਰਕ ਹੈ ਜੋ ਸਾਨੂੰ ਸਮਝਣਾ ਪਏਗਾ। ਸਾਡੇ ਅੰਦਰ ਇਹ ਸੋਚਣ ਦੀ ਸ਼ਕਤੀ ਹੈ ਕਿ ਵਾਟ ਇਜ਼ ਪੇਨ, ਦਰਦ ਕੀ ਹੁੰਦਾ। ਤੇ ਅਗਰ ਸਾਨੂੰ ਦੂਜੇ ਦਾ ਦਰਦ ਨਹੀਂ ਦਿਖਾਈ ਦੇ ਰਿਹਾ ਤੇ ਅਸੀਂ ਇਨਸਾਨ ਨਹੀਂ ਹਾਂ, ਹਜੇ ਵੀ ਫਿਰ ਕਿਸੇ ਜਾਨਵਰ ਦੀ ਜੂਨ ਵਿੱਚ ਪੈਦਾ ਹੋਏ ਹਾਂ। ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਕਿਉਂਕਿ ਅਸੀਂ ਹਸਪੀਟਲਸ 'ਚ ਅਕਸਰ ਹੀ ਦੇਖਿਆ ਕਿ ਆਲਰੇਡੀ ਇੰਨੇ ਜ਼ਿਆਦਾ ਮਹਿੰਗੇ ਟ੍ਰੀਟਮੈਂਟਸ ਨੇ ਨਾ ਕਿ ਕਈ ਲੋਕ ਟ੍ਰੀਟਮੈਂਟ ਵੀ ਨਹੀਂ ਕਰਵਾ ਪਾਉਂਦੇ। ਤੇ ਅਗਰ ਉਹਨਾਂ ਨੂੰ ਅਸੀਂ ਚਾਹ ਰੋਟੀ ਪਾਣੀ ਦਾ ਹੀ ਅਗਰ ਉਹਨਾਂ ਦਾ ਇੰਤਜ਼ਾਮ ਕਰ ਲਾਂਗੇ ਤੇ ਮੈਨੂੰ ਲੱਗਦਾ ਕਿ ਬਹੁਤ ਵੱਡੀ ਮਦਦ ਹੋ ਜਾਂਦੀ ਹੈ। ਬੇਸਿਕ ਨੈਸੈਸਿਟੀ ਤਾਂ ਦੇਖੋ ਰੋਟੀ ਹੈ, ਪਾਣੀ ਹੈ, ਦਵਾਈਆਂ ਤਾਂ ਬਹੁਤ ਹੀ ਜ਼ਰੂਰੀ ਹੈਗੀਆਂ ਨੇ, ਲੇਕਿਨ ਕੋਈ ਗਰੀਬ ਵਿਅਕਤੀ ਦਵਾਈ ਤਾਂ ਖਾਏਗਾ ਨਾ ਜਦ ਉਸ ਕੋਲ ਖਾਣ ਲਈ ਰੋਟੀ ਲਈ ਵੀ ਪੈਸੇ ਹੋਣਗੇ। ਤੇ ਅਗਰ ਦਵਾਈ ਵੀ ਹਜਮ ਕਰਨੀ ਹੈ ਤੇ ਰੋਟੀ ਖਾਣੀ ਤਾਂ ਜ਼ਰੂਰੀ ਹੈ ਨਾ ਜੀ। ਦਾਲ ਫੁਲਕਾ ਪ੍ਰਸ਼ਾਦੇ ਤੱਕ ਤਾਂ ਠੀਕ ਹੈ, ਲੇਕਿਨ ਜਿਹੜੇ ਬਹੁਤ ਵੱਡੇ ਵੱਡੇ ਲੰਗਰ ਲਾ ਰਹੇ ਨੇ ਉਹਨੂੰ ਥੋੜਾ ਜਿਹਾ ਮੂਵ ਕਰ ਦਈਏ ਹਸਪਤਾਲਾਂ ਦੀ ਤਰਫ, ਬੱਚਿਆਂ ਦੇ ਸਕੂਲਾਂ ਦੀ ਤਰਫ, ਕਿ ਇੱਕ ਬਹੁਤ ਅੱਛੀ ਇੱਕ ਐਜੂਕੇਸ਼ਨ ਦੇ ਦੀजिए, ਸਕਿੱਲ ਡਿਵੈਲਪਮੈਂਟ ਕਰ ਦਈਏ। ਹੁਣ ਮੈਂ ਦੇਖਿਆ ਕਿ ਬਹੁਤ ਸਾਰੇ ਲੋਕੀ ਨਾ ਗਰੀਬ ਕੰਨਿਆਵਾਂ ਦੇ ਵਿਆਹ ਕਰਾਉਂਦੇ ਨੇ, ਉਹਨਾਂ ਨੂੰ 25 50 ਹਜ਼ਾਰ ਰੁਪਇਆ ਦਹੇਜ ਦੇ ਨਾਮ ਤੇ ਕਦੀ ਉਹਨਾਂ ਨੂੰ ਬੈੱਡ ਦੇ ਦਿੰਦੇ ਨੇ, ਵਾਸ਼ਿੰਗ ਮਸ਼ੀਨ ਦੇ ਦਿੰਦੇ ਨੇ। ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਵੀ ਸ਼ੁਰੂ ਕਰੀਏ, ਲੇਕਿਨ ਸਾਡੇ ਦਿਮਾਗ ਵਿੱਚ ਕੁਝ ਇੱਕ ਵੱਖਰੀ ਗੱਲ ਹੈ ਕਿ ਅਸੀਂ ਉਸ ਬੱਚਿਆਂ ਨੂੰ, ਦੋਨਾਂ ਮੁੰਡਾ ਕੁੜੀ ਨੂੰ ਸਕਿੱਲ ਡਿਵੈਲਪਮੈਂਟ ਕਰਾਈਏ ਕਿ ਉਹ ਆਪਣੀ ਸਾਰੀ ਚੀਜ਼ਾਂ ਲੋੜ ਦੀਆਂ ਆਪੇ ਖਰੀਦਣ ਦੇ ਸક્ષਮ ਹੋਣ, ਨਾ ਕਿ ਕਿਸੇ ਦੇ ਅੱਗੇ ਹੱਥ ਫੈਲਾ ਕੇ ਅੜ ਸਕਣ। ਜੀ ਬਿਲਕੁਲ। ਤੁਹਾਡੀ ਹੁਣ ਜਿੰਨੇ ਵੋਲੰਟੀਅਰ ਤੁਹਾਡੇ ਨਾਲ ਕਰ ਰਹੇ ਨੇ ਲੋਕ ਕੰਮ, ਹੈ ਨਾ, ਤੇ ਉਹ ਮਤਲਬ ਕਿੰਨੇ ਕੁ ਜਾਣੇ ਜਿਹੜੇ ਜੁੜੇ ਨੇ ਉਹ ਸ਼ਿਮਲਾ ਤੋਂ ਹੀ ਬਿਲੋਂਗ ਕਰਦੇ ਨੇ ਜਾਂ ਫਿਰ ਆਸੇ-ਪਾਸੇ ਦੇ ਸ਼ਹਿਰ ਤੋਂ ਵੀ ਨੇ? ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਨਾਲ ਜਿੰਨੇ ਵੀ ਸਾਰੇ ਜੁੜੇ ਨੇ ਉਹ ਸਾਰੇ ਦੇ ਸਾਰੇ 100% ਗੈਰ ਸਿੱਖ ਲੋਕ ਜੁੜੇ ਹੋਏ ਨੇ। ਮੇਰੇ ਖਿਆਲ ਨਾਲ 2-3 ਸਿੱਖਾਂ ਤੋਂ ਇਲਾਵਾ, ਸਿਰਫ 2 ਜਾਂ 3 ਸਿੱਖਾਂ ਤੋਂ ਇਲਾਵਾ ਮੇਰੇ ਨਾਲ ਕੋਈ ਵੀ ਨਹੀਂ ਜੁੜਿਆ ਹੋਇਆ। ਤੇ ਮੇਰੇ ਲਈ ਆਪਣੇ ਆਪ ਵਿੱਚ ਗਰਵ ਦੀ ਗੱਲ ਵੀ ਹੈ ਤੇ ਸ਼ਰਮ ਦੀ ਗੱਲ ਵੀ ਹੈ। ਗਰਵ ਦੀ ਗੱਲ ਤਾਂ ਇਸ ਕਰਕੇ ਕਿ ਉਹਨਾਂ ਸਾਰਿਆਂ ਨੂੰ ਤਾਂ ਗੱਲ ਇਹ ਸਮਝ ਆ ਗਈ ਗੁਰੂ ਨਾਨਕ ਪਾਤਸ਼ਾਹ ਵਾਲੀ ਕਿ ਹਿਊਮੈਨਿਟੀ ਇਜ਼ ਦ ਬਿਗੇਸਟ ਰਿਲੀਜਨ, ਇਨਸਾਨੀ ਧਰਮ ਸਭ ਤੋਂ ਵੱਡਾ ਰਿਲੀਜਨ ਹੈ। ਜਿਹੜੇ ਮੇਰੇ ਰੋਟੀ ਬੈਂਕਾਂ ਦੀ ਇੱਕ ਮੈਂ ਦੱਸ ਰਿਹਾ ਸੀ ਕਿ ਮੇਰੇ ਨਾਲ 32,000 ਬੱਚੇ ਜੁੜੇ ਹੋਏ ਨੇ, ਤੁਸੀਂ ਜੋ ਸੋਚੋ ਸਿਰਫ 32 ਸ਼ਾਇਦ ਸਰਦਾਰਾਂ ਦੇ ਪਰਿਵਾਰਾਂ ਦੇ ਬੱਚੇ ਨੇ, ਬਾਕੀ ਤਾਂ ਸਾਰੇ 31,968 ਬੱਚੇ ਜਿਹੜੇ ਨੇ ਉਹ ਸਾਰੇ ਗੈਰ ਸਿੱਖ ਹੈਗੇ ਨੇ। ਇੱਦਾਂ ਹੀ ਮੇਰੇ ਨਾਲ ਪਹਾੜ ਦੇ ਕਾਫੀ ਜਿਹੜੇ ਹਿਮਾਚਲ ਦੇ ਉੱਚੇ ਉੱਚੇ ਪਹਾੜਾਂ ਵਾਲੇ ਲੋਕੀ ਕਾਫੀ ਜੁੜੇ ਹੋਏ ਨੇ। ਹੁਣ ਉਹਨਾਂ ਦਾ ਸੇਬ ਸੀਜ਼ਨ ਚੱਲ ਰਿਹਾ ਤੇ ਉਹ ਲੰਗਰ ਦੀ ਬੁਕਿੰਗ ਕਰਾਉਂਦੇ ਨੇ। ਸੇਬ ਸੀਜ਼ਨ ਦੀ ਜਦੋਂ ਕਮਾਈ ਕਰਦੇ ਨੇ ਤੇ ਕੋਈ ਮੇਰੇ ਲਈ ਚਾਵਲ ਭੇਜ ਰਿਹਾ ਹੈ, ਲੰਗਰ ਲਈ ਦਾਲਾਂ ਭੇਜ ਰਿਹਾ, ਆਟਾ ਭੇਜ ਰਿਹਾ। ਬਹੁਤ ਸਾਰੇ ਜਿਹੜੇ ਲੋਕ ਜੁੜੇ ਨੇ ਉਹ ਅੱਪਰ ਹਿਮਾਚਲ ਤੋਂ ਜੁੜੇ ਨੇ ਜਾਂ ਲੋਅਰ ਹਿਮਾਚਲ ਤੋਂ, ਜਾਂ ਜਿਹੜੇ ਲੋਕੀ ਇਲਾਜ ਕਰਾ ਕੇ ਜਾਂਦੇ ਨੇ ਫਿਰ ਮੇਰੇ ਕੋਲੋਂ ਮੇਰਾ ਡੋਨੇਸ਼ਨ ਵਾਲਾ ਨੰਬਰ ਲੈ ਜਾਂਦੇ ਨੇ, ਜਾਂ ਜਦ ਵੀ ਆਪਣੇ ਪਿੰਡੋਂ ਦੀ ਦੁਬਾਰਾ ਚੈੱਕਅਪ ਲਈ ਆਉਂਦੇ ਨੇ ਤੇ ਬੱਸਾਂ 'ਚ ਗੱਡੀਆਂ 'ਚ ਰਾਸ਼ਨ ਲੈ ਕੇ ਤੇ ਉਸ ਲੰਗਰ ਵਿੱਚ ਪਹੁੰਚ ਜਾਂਦੇ ਨੇ। ਜੀ। ਤੇ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਬੱਚਿਆਂ ਕੋਲੋਂ ਕਲੈਕਟ ਕਰਦੇ ਹੋ ਤੁਸੀਂ ਲੰਗਰ, ਹੈ ਨਾ, ਤੇ ਇਹ ਸ਼ਿਮਲਾ 'ਚ ਤੇ ਇਹ ਚੀਜ਼ ਚਲੋ ਬਹੁਤ ਟਾਈਮ ਤੋਂ ਚੱਲ ਰਹੀ ਹੈ, ਇੰਨੇ ਸਾਲਾਂ ਤੋਂ ਚੱਲ ਰਹੀ ਹੈ, ਤੇ ਤੁਸੀਂ ਇਹਨੂੰ ਐਕਸਪੈਂਡ ਕਰਨ ਦਾ ਸੋਚਿਆ ਵਾ ਕਿ ਤੁਸੀਂ ਇਹਨੂੰ ਸ਼ਿਮਲਾ ਤੋਂ ਪੂਰੇ ਹਿਮਾਚਲ 'ਚ ਲੈ ਕੇ ਜਾਣਾ ਹੈ? ਮੈਂ ਚਾਹੁੰਦਾ ਤਾਂ ਹਾਂ ਕਿ ਜਿੱਦਾਂ ਅੱਜ ਤੁਹਾਡੇ ਨਾਲ ਟਾਕ ਕਰ ਰਿਹਾ ਤੇ ਮੈਂ ਆਪਣੀ ਬਹੁਤ ਸਾਰੀ ਟਾਕਸ ਵਿੱਚ ਕਹਿਣਾ ਕਿ ਕੋਈ ਵੀ ਲੰਗਰ ਲਾਣਾ ਮੁਸ਼ਕਿਲ ਕੰਮ ਨਹੀਂ ਹੈ ਅਗਰ ਤੁਸੀਂ ਬੱਚਿਆਂ ਨੂੰ ਨਾਲ ਜੋੜ ਲਓ। ਅਗਰ ਸ਼ਿਮਲਾ ਵਰਗੇ ਸ਼ਹਿਰ 'ਚ 32,000 ਬੱਚਾ ਮੇਰੇ ਨਾਲ ਜੁੜ ਚੁੱਕਿਆ ਹੈ ਤੇ ਤੁਸੀਂ ਮੰਨ ਲਓ ਪੰਜਾਬ ਵਿੱਚ ਅਗਰ ਚੰਡੀਗੜ੍ਹ ਕਹਿ ਲਈਏ, ਲੁਧਿਆਣਾ ਕਹਿ ਲਈਏ, ਅੰਮ੍ਰਿਤਸਰ ਕਹਿ ਲਈਏ, ਬੱਚੇ ਤਾਂ ਸਾਰੇ ਸ਼ਹਿਰਾਂ 'ਚ ਸਕੂਲਾਂ 'ਚ ਜਾ ਹੀ ਰਹੇ ਨੇ। ਇੱਕ ਐਕਸਟਰਾ ਰੋਟੀ ਹਰ ਬੱਚਾ ਅਗਰ ਆਪਣੇ ਲੰਚ 'ਚ ਲੈ ਕੇ ਆਏ ਤਾਂ ਹਸਪਤਾਲਾਂ ਦੇ ਲੰਗਰ ਲਾਣਾ ਬਹੁਤ ਸੌਖਾ ਹੈ। ਤੇ ਇਸ ਬਹਾਨੇ ਬੱਚੇ ਨਾ ਜੀ, ਸਭ ਤੋਂ ਵੱਡੀ ਗੱਲ ਹੈ ਕਿ ਉਹ ਸ਼ੇਅਰਿੰਗ ਦੀ ਹੈਬਿਟ ਸਿੱਖਣਗੇ। ਆਪਣੇ ਘਰੋਂ ਦੀ ਪਹਾੜਾਂ 'ਚ ਜਾਂ ਜਿੱਥੇ ਵੀ ਇੱਕ ਗੱਲ ਚੱਲਦੀ ਹੈ ਕਿ ਜੀ ਪਹਿਲੀ ਰੋਟੀ ਅਸੀਂ ਗਾਏ ਨੂੰ ਦਿੰਦੇ ਹਾਂ, ਪਹਿਲੀ ਰੋਟੀ ਕਿਸੇ ਗਰੀਬ ਨੂੰ ਦਿੰਦੇ ਹਾਂ, ਤੇ ਇੱਦਾਂ ਹੀ ਅਗਰ ਸਾਰੇ ਮੰਨ ਲਈਏ ਕਿ ਪਹਿਲੀ ਰੋਟੀ ਅਗਰ ਅਸੀਂ ਹਸਪਤਾਲ ਨੂੰ ਭੇਜਣੀ ਹੈ ਤੇ ਮੇਰਾ ਮੰਨਣਾ ਹੈ ਕਿ ਕੋਈ ਵੀ ਹਸਪਤਾਲ ਵਿੱਚ ਵਿਅਕਤੀ ਘੱਟੋ ਘੱਟ ਰੋਟੀ ਪਾਣੀ ਤੋਂ ਵਾਂਝਾ ਨਹੀਂ ਰਹੇਗਾ, ਉਹਦਾ ਸਾਰਾ ਫੋਕਸ ਆਪਣੇ ਇਲਾਜ ਵਾਲੇ ਪਾਸੇ ਰਹੇਗਾ। ਮੈਂ ਚਾਹੁੰਦਾ ਕਿ ਲੋਕੀ ਦਵਾਈਆਂ ਵੀ ਡੋਨੇਟ ਕਰਨ, ਬਾਕੀ ਚੀਜ਼ਾਂ ਵੀ ਡੋਨੇਟ ਕਰਨ, ਲੇਕਿਨ ਉਸ ਨੂੰ ਬੇਸਿਕ ਚੀਜ਼ ਇੱਕ ਰੋਟੀ ਤਾਂ ਖਵਾਉਣਾ ਸਾਰਿਆਂ ਦਾ ਧਰਮ ਹੈ ਕਿ ਇੱਕ ਬੰਦਾ ਰੱਜ ਕੇ 4 ਪਕਵਾਨਾਂ ਨਾਲ ਖਾ ਰਿਹਾ ਹੋਏ ਤੇ ਇੱਕ ਬੰਦੇ ਕੋਲ ਖਾਣ ਲਈ ਸੁੱਕੀ ਰੋਟੀ ਵੀ ਨਾ ਹੋਏ। ਕਿੰਨੀ ਸ਼ਰਮ ਦੀ ਗੱਲ ਹੈ ਸਾਡੇ ਸਾਰਿਆਂ ਲਈ। ਜੀ ਬਿਲਕੁਲ ਸਹੀ ਕਹਿ ਰਹੇ ਹੋ। ਮੈਂ ਹੁਣ ਆਪਣੀ ਹੀ ਗੱਲ ਦੱਸਾਂ, ਮੈਂ ਪਿਛਲੇ ਸਾਲ ਐਡਮਿਟ ਰਿਹਾ, ਮੇਰਾ ਕਿਡਨੀ ਟ੍ਰਾਂਸਪਲਾਂਟ ਦਾ ਆਪਰੇਸ਼ਨ ਹੋਇਆ ਤੇ ਮੈਂ ਸ਼ਿਮਲਾ ਤੋਂ ਮੋਹਾਲੀ ਗਿਆ, ਕਿਉਂਕਿ ਅਸੀਂ ਸ਼ਿਮਲਾ ਦੇ ਬੌਰਨ ਬੌਟਅਪ ਹੈਗੇ ਹਾਂ। ਤੇ ਜਦ ਮੈਂ ਮੋਹਾਲੀ ਗਿਆ ਤੇ ਇਤਨਾ ਵੱਡਾ ਉਹ 5 ਸਟਾਰ ਹਸਪੀਟਲ ਹੈ, ਲੇਕਿਨ ਮੈਨੂੰ ਹਸਪਤਾਲ ਦਾ ਖਾਣਾ ਨਹੀਂ ਪਸੰਦ ਆਉਂਦਾ ਸੀ, ਉੱਧਰ ਦਾ ਕੰਟੀਨ ਦਾ ਖਾਣਾ ਨਹੀਂ ਪਸੰਦ ਆਉਂਦਾ ਸੀ। ਅਸੀਂ ਕਿਰਾਏ ਦਾ ਮਕਾਨ ਮੋਹਾਲੀ ਲੈ ਕੇ ਤੇ ਰੋਜ਼ ਆਪਣੇ ਘਰ ਦਾ ਹੀ ਖਾਣਾ ਖਾਣਾ ਪਸੰਦ ਕਰਦੇ ਸੀ। ਤੇ ਮੈਂ ਚਾਹੁੰਦਾ ਕਿ ਕਈ ਵਾਰੀ ਜਦ ਘਰ ਦਾ ਖਾਣਾ ਮਿਲ ਜਾਏ
ਜਾਂ ਲੰਗਰ ਦਾ ਖਾਣਾ ਮਿਲ ਜਾਏ ਤੇ ਕਿਤਨੀ ਕੀ ਵੱਡੀ ਗੱਲ ਹੈ। ਪ੍ਰਾਈਵੇਟ ਹਸਪਤਾਲਾਂ ਦੇ ਬਾਹਰ ਵੀ ਵੈਸੇ ਲਾ ਸਕਦੇ ਹਾਂ ਅਸੀਂ, ਲੇਕਿਨ ਮੈਂ ਪ੍ਰਾਇੋਰਟੀ ਸਾਰਿਆਂ ਨੂੰ ਇਹੀ ਦਿੰਦਾ ਕਿ ਤੁਸੀਂ ਕੋਸ਼ਿਸ਼ ਕਰੋ ਸਰਕਾਰੀ ਹਸਪਤਾਲਾਂ ਦੇ ਬਾਹਰ ਤਾਂ ਘੱਟੋ ਘੱਟ ਲੰਗਰ ਦੀ ਵਿਵਸਥਾ ਗੁਰਦੁਆਰਿਆਂ ਵੱਲੋਂ ਜਾਂ ਧਾਰਮਿਕ ਸੰਸਥਾਵਾਂ ਵੱਲੋਂ ਹੋਣੀ ਚਾਹੀਦੀ। ਜੀ ਤੇ ਜੇ ਮੈਂ ਤੁਹਾਨੂੰ ਪੁੱਛਾਂ ਸਰ ਕਿ ਤੁਹਾਨੂੰ ਇਹਨਾਂ 14 ਸਾਲਾਂ 'ਚ ਹੈ ਨਾ ਦਿੱਕਤਾਂ ਜਿਹੜੀਆਂ ਆਈਆਂ, ਮਤਲਬ ਉਹਨਾਂ ਦਾ ਤੁਸੀਂ ਕਿੱਦਾਂ ਸਾਹਮਣਾ ਕੀਤਾ, ਮਤਲਬ ਉਹਨਾਂ ਦਿੱਕਤਾਂ 'ਚ ਪੋਜ਼ਿਟਿਵ ਕਿੱਦਾਂ ਹੋਏ? ਦੇਖੋ, ਦਿੱਕਤਾਂ ਸਾਨੂੰ ਰੋਜ਼ ਆਉਂਦੀਆਂ ਨੇ, ਅੱਜ ਦੀ ਵੀ ਇੱਕ ਦਿੱਕਤ ਹੋਏਗੀ ਸਾਡੀ, ਰੋਜ਼ ਦੀਆਂ ਕਈ ਦਿੱਕਤਾਂ ਨੇ ਤੇ ਅਸੀਂ ਉਹ ਦਿੱਕਤਾਂ ਦਾ ਸਾਹਮਣਾ ਇੱਦਾਂ ਕਰ ਰਹੇ ਹਾਂ ਕਿ ਹੁਣ ਇੱਕ ਗੱਲ ਸਮਝ ਆ ਗਈ ਹੈ, ਪਰਮਾਤਮਾ ਇੱਦਾਂ ਇੱਕ ਨਿਯਮ ਹੈ, ਜਦ ਉਸਨੇ ਇੱਕ ਕੀੜੀ ਨੂੰ ਵੀ ਪੱਥਰ ਵਿੱਚ ਭੋਜਨ ਪਹੁੰਚਾਉਣਾ ਹੈ। ਕਿਉਂਕਿ ਜਦ ਅਸੀਂ ਲੰਗਰ ਸ਼ੁਰੂ ਕੀਤਾ 2014 'ਚ, ਉਸ ਤੋਂ ਪਹਿਲੇ ਕੋਈ ਬੰਦਾ ਭੁੱਖਾ ਤਾਂ ਨਹੀਂ ਮਰ ਰਿਹਾ ਸੀ, ਨਾ ਭੁੱਖ ਨਾਲ ਕੋਈ ਮਰਿਆ ਹੋਏਗਾ। ਅਸੀਂ ਤਾਂ ਸਿਰਫ ਉਹਨਾਂ ਨੂੰ ਇੱਕ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਕਿ ਇਹ ਖਾਣਾ ਮਿਲਣਾ ਸ਼ੁਰੂ ਹੋ ਜਾਏ ਤੇ ਪਰਮਾਤਮਾ ਦਾ ਕੰਮ ਹੈ, ਉਹ ਆਪ ਹੀ ਚਲਾਏਗਾ। ਮੈਂ ਤਾਂ ਖੁਦ ਕਈ ਵਾਰੀ ਹੈਰਾਨ ਹੁੰਦਾ ਕਿ 3000 ਲੋਕਾਂ ਦਾ ਲੰਗਰ ਰੋਜ਼ ਲਾਣਾ, ਤਿੰਨੋਂ ਟਾਈਮ ਲਾਣਾ, ਮੇਰੇ ਵਰਗੇ ਇੱਕ ਬੰਦੇ ਲਈ ਜੋ ਇੱਕ ਛੋਟਾ ਜਿਹਾ ਬਿਜ਼ਨਸਮੈਨ ਹੈ, ਕੋਈ ਬਹੁਤ ਵੱਡਾ ਕਾਰੋਬਾਰ ਵੀ ਨਹੀਂ ਹੈ, ਬਹੁਤ ਹੀ ਛੋਟਾ ਜਿਹਾ ਬਿਜ਼ਨਸ ਹੈ, ਉਹਦੇ ਲਈ ਕਿੱਦਾਂ ਪੋਸੀਬਲ ਹੁੰਦਾ। ਇਹ ਉਹਨਾਂ ਲੋਕਾਂ ਦੀ ਦੁਆਵਾਂ ਨੇ। ਹਜ਼ਾਰਾਂ ਲੋਕਾਂ ਨੂੰ ਸਾਡਾ ਇੱਕ ਕਨਸੈਪਟ ਸਮਝ ਆਇਆ, ਉਹਨਾਂ ਨੂੰ ਇੱਕ ਬੜਾ ਵਧੀਆ ਅਸੀਂ ਪਲੇਟਫਾਰਮ ਦੇ ਦਿੱਤਾ। ਤੇ ਤੁਹਾਡਾ ਲਾਈਕ ਜੇ ਮੈਂ ਫੈਮਿਲੀ ਦੀ ਗੱਲ ਕਰਾਂ ਤੇ ਫੈਮਿਲੀ 'ਚ ਮਤਲਬ ਕੌਣ ਆ ਤੇ ਫੈਮਿਲੀ ਕਿੱਦਾਂ ਸਪੋਰਟ ਕਰਦੀ ਹੈ ਤੁਹਾਨੂੰ ਇਹ ਸਭ 'ਚ? ਫੈਮਿਲੀ ਬਹੁਤ ਜ਼ਿਆਦਾ ਸਪੋਰਟ ਕਰਦੀ, ਕਿਉਂਕਿ ਸਭ ਤੋਂ ਪਹਿਲੇ ਤੁਹਾਨੂੰ ਨਾ ਆਪਣੀ ਫੈਮਿਲੀ ਨੂੰ ਹੀ ਆਪਣੇ ਫੇਵਰ ਵਿੱਚ ਕਰਨਾ ਹੈ। ਹਾਲਾਂਕਿ ਕਨਵਿੰਸ ਕਰਨਾ ਇਹਨਾਂ ਲੋਕਾਂ ਨੂੰ ਕਾਫੀ ਮੁਸ਼ਕਿਲ ਹੁੰਦਾ, ਕਿਉਂਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹਨਾਂ ਦੇ ਸਾਹਮਣੇ ਬਹੁਤ ਵਿਹਲਾ ਕੰਮ ਹੈ ਜੀ। ਤੇ ਉਹ ਤਾਂ ਇਹੀ ਚਾਹਣਗੇ ਕਿ ਆਪਣਾ ਕਾਰੋਬਾਰ ਸੰਭਾਲੇ। ਜਿੱਦਾਂ ਮੇਰੇ ਫਾਦਰ ਸਾਹਿਬ ਕਹਿੰਦੇ ਸੀ ਜਦ ਮੈਂ ਡੈੱਡ ਬੋਡੀ ਵੈਨ ਚਲਾਉਂਦਾ ਸੀ ਕਿ ਤੂੰ ਇਹ ਕਿਹੜੇ ਵੇਲੇ ਕੰਮਾਂ 'ਚ ਪੈ ਗਿਆ, ਡੈੱਡ ਬੋਡੀ ਹੀ ਕਿਉਂ ਚਲਾਉਣੀ ਹੈ ਵੈਨ, ਤੂੰ ਕੁਝ ਹੋਰ ਕਰ ਲੈ, ਚੱਲ ਅੱਛਾ ਕੰਮ ਕਰਨਾ ਕੁਝ ਹੋਰ ਕਰ ਲੈ। ਤੇ ਮੈਂ ਉਹਨਾਂ ਨੂੰ ਕਈ ਵਾਰੀ ਸਮਝਾਉਂਦਾ ਸੀ ਕਿ ਨਹੀਂ, ਮੈਂ ਇਹੋ ਕਰਨਾ। ਖੈਰ ਕੁਝ ਸਾਲ ਤੱਕ ਉਹ ਬੋਲਦੇ ਰਹੇ, ਹੁਣ ਤਾਂ ਉਹ ਰਹੇ ਨਹੀਂ। 2010 ਵਿੱਚ ਉਹਨਾਂ ਦੀ ਵੀ ਡੈਥ ਹੋ ਗਈ। ਲੇਕਿਨ ਮੈਂ ਜਦ 98 'ਚ ਸੇਵਾ ਸ਼ੁਰੂ ਕੀਤੀ ਸੀ ਡੈੱਡ ਬੋਡੀ ਵੈਨ ਦੀ, ਤੇ ਸ਼ੁਰੂਆਤੀ ਤੌਰ ਤੇ ਘਰ ਵਾਲੇ ਨਹੀਂ ਸਪੋਰਟ ਕਰਦੇ, ਲੇਕਿਨ ਜਦੋਂ ਤੁਹਾਡਾ ਕਮਿਟਮੈਂਟ ਲੈਵਲ, ਤੁਹਾਡੀ ਜ਼ਿੱਦ ਦੇਖਦੇ ਨੇ ਤੇ ਕਈ ਵਾਰੀ ਉਹ ਝੁਕ ਜਾਂਦੇ ਨੇ। ਸਰ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਿੱਦਾਂ ਨਾ ਅਸੀਂ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਅਸੀਂ ਦੇਸ਼ ਵਿਦੇਸ਼ ਦੀ ਵੀ ਗੱਲ ਕਰੀਏ, ਤੇ ਜਦੋਂ ਕੋਈ NGO ਸੰਸਥਾ ਜਾਂ ਕੋਈ ਨਵੀਂ ਚੀਜ਼ ਕਰਦਾ ਹੈ ਨਾ, ਤੇ ਬਹੁਤ ਸਾਰੇ ਨਾ ਸਵਾਲ ਉੱਠਦੇ ਨੇ ਕਿ ਇਹ ਆਪਣੇ ਮਤਲਬ ਲਈ ਕਰ ਲਿਆ ਹੋਏਗਾ, ਜਾਂ ਇਹਨੂੰ ਪਬਲਿਸਿਟੀ ਚਾਹੀਦੀ ਆ, ਜਾਂ ਇਹਨੂੰ ਨਾ ਡੋਨੇਸ਼ਨਸ ਚਾਹੀਦੀਆਂ ਨੇ ਤਾਂ ਕਿ ਉਹ ਡੋਨੇਸ਼ਨਸ ਨੂੰ ਇਹ ਘਰ ਚਲਾ ਸਕੇ, ਹੈ ਨਾ, ਜਾਂ ਆਪਣੇ ਪਰਸਨਲ ਚੀਜ਼ਾਂ ਲਈ ਕਰ ਰਿਹਾ। ਤੁਹਾਨੂੰ ਕਦੀ ਲਾਈਕ ਇੱਦਾਂ ਦੀ ਕੁਐਸਚਨਿੰਗ ਕਿਸੇ ਨੇ ਕੀਤੀ ਜਾਂ ਤੁਹਾਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਦੀ ਕਰਨਾ ਪਿਆ? ਦੇਖੋ, ਜਦ ਹਜ਼ਾਰਾਂ ਲੋਕੀ ਕਿਸੇ ਇੱਕ ਚੀਜ਼ ਨੂੰ ਐਪਰੀਸ਼ੀਏਟ ਕਰਦੇ ਨੇ ਤੇ ਵਿਰੋਧ ਹੋਣਾ ਵੀ ਲਾਜ਼ਮੀ ਹੈ। ਉਹ ਅੱਜ ਤੱਕ ਕਿਸੇ ਨਾਲ ਵੀ ਐਸਾ ਕੋਈ ਅਗਰ ਮਹਾਨ ਸ਼ਖਸੀਅਤ ਵੀ ਰਹੇ ਹੋਣਗੇ, ਸਾਡੇ ਗੁਰੂ ਵੀ ਰਹੇ ਹੋਣਗੇ, ਜਾਂ ਕੋਈ ਵੀ ਐਸੀ ਸ਼ਖਸੀਅਤ ਰਹੀ ਹੋਏਗੀ, ਤੇ ਮੈਂ ਤਾਂ ਕੁਝ ਵੀ ਨਹੀਂ ਆ ਉਹਨਾਂ ਦੇ ਮੁਕਾਬਲੇ, ਸਾਡਾ ਵੀ ਵਿਰੋਧ ਹੁੰਦਾ। ਕਈ ਲੋਕਾਂ ਨੂੰ ਇਹ ਵੀ ਲੱਗਦਾ ਕਿ ਇਹ ਸਾਰਾ ਕੁਝ ਪੋਲੀਟੀਕਲ ਤਾਂ ਨਹੀਂ ਹੋ ਰਿਹਾ, ਜਾਂ ਇਹ ਸਾਰਾ ਕੁਝ ਆਪਣੇ ਨਾਮ ਲਈ ਤਾਂ ਨਹੀਂ ਹੋ ਰਿਹਾ, ਕਿਤੇ ਡੋਨੇਸ਼ਨਸ ਦੇ ਨਾਮ ਤੇ ਆਪਣਾ ਘਰ ਤਾਂ ਨਹੀਂ ਚਲਾਉਣਾ ਚਾਹ ਰਹੇ। ਕਿਉਂਕਿ ਜਿਹੜੀ ਇਹ ਸਾਰੇ ਕੰਮ ਨੇ ਇੱਕ ਸਨਕ ਦੇ ਥਰੂ ਹੁੰਦੇ ਨੇ, ਇਹ ਸਨਕੀ ਹੋਣਾ ਜ਼ਰੂਰੀ ਹੈ। ਸੇਵਾਵਾਂ ਜਾਂ ਕੋਈ ਵੀ ਜਦ ਤੁਸੀਂ ਇੱਕ ਅਚੀਵਮੈਂਟ ਕਰਦੇ ਹੋ ਨਾ, ਜਦ ਹਜ਼ਾਰਾਂ ਲੋਕੀ ਉਸ ਨੂੰ ਐਪਰੀਸ਼ੀਏਟ ਕਰਦੇ ਨੇ ਤੇ ਕੁਝ ਇੱਕ ਲੋਕ ਉਸ ਦੀ ਨਿੰਦਾ ਵੀ ਕਰਦੇ ਨੇ, ਕਿਉਂਕਿ ਉਹਨਾਂ ਨੇ ਉਹ ਕੋਈ ਵੀ ਅਚੀਵਮੈਂਟ ਆਪਣੀ ਲਾਈਫ ਵਿੱਚ ਗੇਨ ਨਹੀਂ ਕੀਤੀ ਹੁੰਦੀ। ਕਿਉਂਕਿ ਜਦ ਵੀ ਕੋਈ ਕਿਸੇ ਦੀ ਇੱਕ ਨਿੰਦਾ ਕਰਦਾ ਹੈ, ਉਹ ਉਹੀਓ ਵਿਅਕਤੀ ਕਰਦਾ ਜਿਸ ਨੇ ਕਦੀ ਉਹ ਸੇਵਾ ਦੇਖੀ ਨਾ ਹੋਏ, ਜਾਂ ਆਪਣੇ ਘਰ ਬੈਠ ਕੇ ਸਿਰਫ ਉਹਦਾ ਕੰਮ ਐਨਾਲਾਈਜ਼ ਕਰਨਾ ਹੋਏ, ਕ੍ਰਿਟਿਕਸ ਹੀ ਹੋਣ ਉਹ। ਤੇ ਸਾਡੇ ਨਾਲ ਵੀ ਇਦਾਂ ਹੀ ਹੈ, ਤੇ ਸਾਡੇ ਪਿੱਛੇ ਵੀ ਕਈ ਪੋਲੀਟੀਸ਼ੀਅਨਸ ਪਏ ਰਹਿੰਦੇ ਨੇ ਕਿ ਜੀ ਇਹ ਕਿੱਥੇ ਓਵਰਕਮ ਨਾ ਕਰ ਜਾਏ, ਕਿਉਂਕਿ ਜੋ ਵੀ ਇੱਕ ਸੰਸਥਾ ਦਾ ਨਾਮ ਹੁੰਦਾ ਉਹਦੇ ਪਿੱਛੇ ਸਰਕਾਰਾਂ ਦਾ ਪੈਣਾ ਲਾਜ਼ਮੀ ਹੈ। ਉਹਨਾਂ ਨੂੰ ਆਪਣੀ ਸੀਟਾਂ ਦਾ ਖਤਰਾ ਹੋ ਜਾਂਦਾ। ਸਾਡੇ ਨਾਲ ਵੀ ਇੱਦਾਂ ਦੇ ਇਨਸੀਡੈਂਟ ਹੁੰਦੇ ਰਹਿੰਦੇ ਨੇ। ਸਾਡਾ ਵੀ ਇੱਕ ਡੇਢ ਸਾਲ ਤੋਂ ਪਿਛਲੇ ਬਿਜਲੀ ਪਾਣੀ ਇਕੱਠਿਆ ਹੋਇਆ ਤੇ ਅਸੀਂ ਬਗੈਰ ਬਿਜਲੀ ਪਾਣੀ ਦਾ ਹੀ ਉਹ ਲੰਗਰ ਚਲਾਇਆ ਹੋਇਆ। ਰੋਜ਼ ਅਸੀਂ ਟੈਂਕਰਸ ਖਰੀਦਦੇ ਹਾਂ, ਬਿਜਲੀ ਲਈ ਅਸੀਂ ਜੈਨਸੈਟਸ ਲਗਾਏ ਨੇ। 7 ਸਾਲ ਸਾਨੂੰ ਕੋਈ ਦਿੱਕਤ ਨਹੀਂ ਆਈ, ਲੇਕਿਨ 2-3 ਸਾਲਾਂ ਤੋਂ ਸਾਡੇ ਪਿੱਛੇ ਵੀ ਕੁਝ ਸੰਸਥਾਵਾਂ ਪਈਆਂ ਹੋਈਆਂ ਨੇ। ਇਸ ਤੁਸੀਂ ਹੁਣ ਚਲੋ ਥੋੜਾ ਮੈਨੂੰ ਇਸ ਬੈਂਕ ਬਾਰੇ ਦੱਸੋ, ਕਿਉਂਕਿ ਅਸੀਂ ਨਾਰਮਲ ਪੈਸਿਆਂ ਵਾਲੇ ਬੈਂਕਸ ਬਾਰੇ ਤਾਂ ਬਹੁਤ ਸੁਣਿਆ, ਬਟ ਆ ਰੋਟੀ ਬੈਂਕ ਦਾ ਜਿਹੜਾ ਤੁਹਾਡਾ ਚੱਲਦਾ ਹੈ ਸਾਰਾ ਸਿਸਟਮ, ਇਹ ਮਤਲਬ ਕਿੱਦਾਂ ਸ਼ੁਰੂ ਹੁੰਦਾ ਵਾ, ਕਿੱਦਾਂ ਤੁਸੀਂ ਰੋਟੀ ਇਕੱਠੀ ਕਰਦੇ ਹੋ, ਥੋੜਾ ਇਹਦੇ ਬਾਰੇ ਮੈਨੂੰ ਐਕਸਪਲੇਨ ਕਰੋ। 7 ਸਾਲ ਹੋ ਗਏ ਨੇ ਸਾਡੇ ਉਸ ਰੋਟੀ ਬੈਂਕ ਦੇ ਕਨਸੈਪਟ ਨੂੰ। ਅਸੀਂ ਹਰ ਬੱਚੇ ਨੂੰ ਲੈਕਚਰ ਦੇ ਕੇ ਇੰਨਾ ਸਮਝਾ ਚੁੱਕੇ ਹਾਂ ਸਕੂਲਾਂ 'ਚ ਜਾ ਕੇ ਕਿ ਬੇਟਾ ਜਦ ਵੀ ਤੁਸੀਂ ਸਕੂਲ ਆਓ, ਤੁਹਾਡਾ ਇੱਕ ਡੇ ਫਿਕਸ ਹੈ, ਜਿਵੇਂ ਕਿਸੇ ਸਕੂਲ ਦਾ ਮੰਡੇ ਫਿਕਸ ਹੈ, ਕਿਸੇ ਦਾ ਟਿਊਜ਼ਡੇ ਫਿਕਸ ਹੈ, ਤੇ ਉਹਨਾਂ ਸਾਰਿਆਂ ਬੱਚਿਆਂ ਨੇ ਆਪਣੇ ਆਪਣੇ ਇੱਕ ਨਿਰਧਾਰਿਤ ਦਿਨ 'ਤੇ ਘੱਟੋ ਘੱਟ ਇੱਕ ਰੋਟੀ
ਆਪਣੇ ਲੰਚ ਦੇ ਨਾਲ ਲੈ ਕੇ ਆਣੀ ਹੈ। ਉਹ ਸਾਡੀ ਗੱਡੀਆਂ ਸਾਰੇ ਸਕੂਲਾਂ ਤੋਂ ਰੋਟੀਆਂ ਚੁੱਕ ਲੈਂਦੀਆਂ ਨੇ ਤੇ ਸਾਡੇ ਲੰਗਰ ਵਿੱਚ ਪਹੁੰਚਾ ਜਾਂਦੀਆਂ ਨੇ। ਫਿਰ ਉਹ ਸਾਰੀਆਂ ਲੰਗਰ ਵਿੱਚ ਯੂਜ਼ ਹੋ ਜਾਂਦੀਆਂ ਨੇ। ਇੱਦਾਂ ਹੀ ਸਾਡੇ ਨਾਲ 32,000 ਬੱਚੇ ਜੁੜੇ ਹੋਏ ਨੇ, 2015 ਤੋਂ ਜੁੜੇ ਹੋਏ ਨੇ। ਤੇ ਅਸੀਂ ਹਰ ਸਕੂਲ ਵਿੱਚ ਜਾ ਕੇ ਬੱਚਿਆਂ ਨੂੰ ਮੋਟੀਵੇਟ ਕਰ ਦਿੱਤਾ, ਉਹਨਾਂ ਨੂੰ ਇਹ ਦੱਸਣਾ ਸ਼ੁਰੂ ਕਰ ਦਿੱਤਾ ਕਿ ਜੀ ਇਸ ਤਰ੍ਹਾਂ ਅਸੀਂ ਇੱਕ ਲੰਗਰ ਲਗਾਉਂਦੇ ਹਾਂ ਤੇ ਉਸ ਲੰਗਰ ਵਿੱਚ ਹਜ਼ਾਰਾਂ ਲੋਕੀ ਪੂਰੇ ਹਿਮਾਚਲ ਤੋਂ ਆਉਂਦੇ ਨੇ, ਕਿਉਂਕਿ ਉਹ ਹਸਪਤਾਲ ਹੈ, ਉੱਥੇ ਰੋਜ਼ ਇਤਨੇ ਮਰੀਜ਼ ਆ ਜਾਂਦੇ ਨੇ ਤੇ ਉਹਨਾਂ ਲਈ ਅਸੀਂ ਭੋਜਨ ਦੀ ਵਿਵਸਥਾ ਕਰਦੇ ਹਾਂ ਦਾਲ ਚਾਵਲ ਦੀ। ਜਿਸ ਵੇਲੇ 2015 ਚ ਕੀਤਾ ਸੀ ਨਾ ਜੀ, ਉਸ ਵੇਲੇ ਸਾਡੇ ਕੋਲ ਸਿਰਫ 90 ਸਕੁਅਰ ਫੀਟ ਏਰੀਆ ਸੀ, ਅਸੀਂ ਰੋਟੀਆਂ ਬਣਾ ਹੀ ਨਹੀਂ ਸਕਦੇ ਸੀ, ਬਹੁਤ ਛੋਟੀ ਜਗ੍ਹਾ ਸੀ। ਅੱਜ ਮੌਕਾ ਲੱਗਿਆ ਤੇ ਤੁਹਾਨੂੰ ਉਹ ਵਾਲੀ ਜਗ੍ਹਾ ਵੀ ਮੈਂ ਲੈ ਕੇ ਜਾਵਾਂਗਾ ਜਿੱਥੇ ਅਸੀਂ ਸਟਾਰਟਿੰਗ ਤੇ ਪਹਿਲੇ ਦਿਨ ਅਸੀਂ 2014 ਸ਼ੁਰੂ ਕੀਤਾ ਸੀ। ਤੇ ਉਹ ਤੁਸੀਂ ਜਦ ਜਗ੍ਹਾ ਦੇਖੋਗੇ ਉੱਥੇ ਰੋਟੀਆਂ ਬਣਾਉਣਾ ਤਾਂ ਪੋਸੀਬਲ ਹੀ ਨਹੀਂ ਸੀ। ਤੇ ਉਹ ਇਨਵੈਂਸ਼ਨ ਅਸੀਂ ਕੀਤੀ, ਕਿਉਂਕਿ ਜ਼ਰੂਰਤ ਹਰ ਚੀਜ਼ ਦੀ ਇਨਵੈਂਸ਼ਨ ਕਰਾ ਦਿੰਦੀ ਹੈ। ਤੇ ਅਸੀਂ ਇਨਵੈਂਸ਼ਨ ਕੀਤੀ ਕਿ ਜੀ ਹੁਣ ਰੋਟੀਆਂ ਦਾ ਕੀ ਕਰੀਏ। ਤੇ ਅਸੀਂ ਸਕੂਲਾਂ ਤੋਂ ਕਾਲਜਾਂ ਤੋਂ ਮੰਗਣੀਆਂ 2015 ਸ਼ੁਰੂ ਕੀਤੀਆਂ ਤੇ ਧੀਰੇ ਧੀਰੇ ਅਸੀਂ ਇਹ ਡਿਸਾਈਡ ਕਰ ਲਿੱਤਾ ਕਿ ਹੁਣ ਅਸੀਂ ਆਪਣੀ ਰੋਟੀ ਦੀ ਮਸ਼ੀਨ ਨਹੀਂ ਲਵਾਂਗੇ। 2-3 ਲੱਖ ਰੁਪਏ ਦੀ ਰੋਟੀ ਦੀ ਮਸ਼ੀਨ ਆ ਜਾਂਦੀ ਜਿਸ ਵਿੱਚ 1 ਘੰਟੇ 'ਚ 1000, 1500, 2000 ਰੋਟੀਆਂ ਬਣ ਜਾਂਦੀਆਂ ਨੇ। ਲੇਕਿਨ ਸਾਨੂੰ ਇਹ ਆਈਡੀਆ ਵੀ ਪਰਮਾਤਮਾ ਨੇ ਦਿੱਤਾ ਕਿ ਕਿਉਂ ਨਾ ਬੱਚਿਆਂ ਨੂੰ ਇਸ ਕੰਮ ਵਿੱਚ ਜੋੜ ਲਈਏ। ਤੇ ਇੱਕ ਯੂਨੀਕ ਅਸੀਂ ਕੰਮ ਕਰ ਦਿੱਤਾ ਰੋਟੀ ਬੈਂਕ ਦਾ, ਕਿ ਸਾਡੀ ਗੱਡੀ ਹੁਣ ਰੋਜ਼ ਦੇ 5-7 ਸਕੂਲਾਂ 'ਚ ਜਾਂਦੀਆਂ ਨੇ। 25-30 ਸਕੂਲ ਸਾਡੇ ਨਾਲ ਜੁੜੇ ਹੋਏ ਨੇ। ਜਿੱਦਾਂ ਸਾਡੇ ਨਾਲ ਸਕੂਲ ਜੁੜੇ ਨੇ ਇੱਦਾਂ ਹੀ ਸਾਡੇ ਨਾਲ ਕਈ ਲੋਕੈਲਿਟੀਜ਼ ਵੀ ਜੁੜੀਆਂ ਨੇ, ਸਰਕਾਰੀ ਦਫ਼ਤਰ ਜੁੜੇ ਹੋਏ ਨੇ, ਹਿਮਾਚਲ ਸੈਕਟਰੀਏਟ ਜੁੜਿਆ ਹੋਇਆ ਹੈ, ਹਾਈ ਕੋਰਟ ਵਿੱਚ ਸਾਡਾ ਰੋਟੀ ਬੈਂਕ ਹੈ, ਪਿੰਡਾਂ 'ਚ ਸਾਡੇ ਰੋਟੀ ਬੈਂਕ ਹੈ। ਜੁੜੇ ਸ਼ਿਮਲਾ ਦੀ ਕੁਝ ਲੋਕੈਲਿਟੀਜ਼ ਹੈ, ਜਿਵੇਂ ਸ਼ਿਮਲਾ ਦੇ ਨਾਲ ਲੱਗਦੇ ਪਿੰਡ ਹੈਗੇ ਨੇ, ਨਿਊ ਸ਼ਿਮਲਾ ਹੈਗਾ, ਬੱਟਾ ਕੁਫਰ ਹੈਗਾ, ਤੇ ਉਹਨਾਂ ਦੇ ਲੋਕੀ ਸਾਡੇ ਲਈ ਰੋਟੀਆਂ ਵੀ ਲਿਆਉਂਦੇ ਨੇ ਤੇ ਕਦੀ ਕਦੀ ਵਿੱਚ ਆ ਕੇ ਸੇਵਾ ਵੀ ਕਰਦੇ ਨੇ। ਇੱਥੇ ਇੱਕ ਬੜੀ ਜਗ੍ਹਾ ਮਸ਼ਹੂਰ ਹੈ ਸ਼ਿਮਲਾ ਦੀ, ਕੁਫਰੀ ਸਾਡਾ ਰੋਟੀ ਬੈਂਕ ਹੈ, ਠਿਓਗ ਵਿੱਚ ਸਾਡਾ ਰੋਟੀ ਬੈਂਕ ਹੈਗਾ, ਫਾਗੂ 'ਚ ਸਾਡਾ ਰੋਟੀ ਬੈਂਕ ਹੈ। ਤੇ ਸਾਰੇ ਇਹ ਲੋਕੀ ਸਾਡੇ ਨਾਲ ਜੁੜੇ ਨੇ ਤੇ ਇਹ ਆਪੇ ਰੋਟੀਆਂ ਲੈ ਕੇ ਵੀ ਆਉਂਦੇ ਨੇ ਤੇ ਉੱਥੇ ਆ ਕੇ ਲੰਗਰ ਦੀ ਸੇਵਾ ਵੀ ਕਰਦੇ ਨੇ। ਤੇ ਸਾਡੀ ਗੱਲਾਂ ਹਜੇ ਖਤਮ ਨਹੀਂ ਹੋਈਆਂ, ਕਿਉਂਕਿ ਅੱਜ ਮੈਂ ਸਾਰਾ ਦਿਨ ਤੁਹਾਡੇ ਨਾਲ ਰਹਿਣ ਵਾਲੀ ਹਾਂ। ਸੋ ਇੱਥੇ ਹੀ ਸਾਡਾ ਦਿਨ ਖਤਮ ਨਹੀਂ ਹੋ ਰਿਹਾ, ਹਜੇ ਦਿਨ ਸ਼ੁਰੂ ਹੋਇਆ ਹੈ। ਅਸੀਂ ਗੱਲਾਂ ਬਾਤਾਂ ਕੀਤੀਆਂ ਨੇ, ਬਟ ਹੁਣ ਸਰ ਦੇ ਨਾਲ ਮੈਂ ਸਰ ਦੇ ਉਹਨਾਂ ਜਗ੍ਹਾ ਤੇ ਜਾਊਂਗੀ ਜਿੱਥੇ ਸਰ ਕੰਮ ਕਰਦੇ ਨੇ। ਸ਼ੁਰੂ ਵਿੱਚ ਤਾਂ ਜਦੋਂ ਮੈਰਿਜ ਕਰਕੇ ਆਈ ਸੀ ਤਾਂ ਮੈਂ ਦੇਖਦੀ ਹੁੰਦੀ ਸੀ ਕਿ ਰਾਤੀ 2 ਵਜੇ ਕਾਲ ਆ ਰਹੀ ਹੈ ਔਰ ਇਹ ਜਾ ਰਹੇ ਨੇ, ਤਾਂ ਮੈਨੂੰ ਲੱਗਦਾ ਸੀ ਇਸ ਤਰ੍ਹਾਂ ਮੈਂ ਆਪਣੀ ਫੈਮਿਲੀ ਵਿੱਚ ਇਸ ਤਰ੍ਹਾਂ ਕਦੀ ਦੇਖਿਆ ਨਹੀਂ ਸੀਗਾ। ਤਾਂ ਪਹਿਲੇ ਮੈਨੂੰ ਸਮਝਣ ਵਿੱਚ ਹੀ ਦੇਰ ਲੱਗੀ ਕਿ ਹੋ ਕੀ ਰਿਹਾ ਕਿ ਜਿਹੜੇ ਰਾਤੀ ਲੋਕ ਸੁੱਤੇ ਹੁੰਦੇ ਨੇ ਔਰ ਰਾਤੀ 2 ਵਜੇ ਕਾਲ ਆ ਰਹੀ ਔਰ ਡੈਡ ਬੋਡੀ ਵੈਨ ਲੈ ਕੇ ਜਾ ਰਹੇ ਨੇ। ਤੇ ਆਹਿਸਤਾ ਆਦਤ ਪੈ ਗਈ, ਸਮਝਣਾ ਸ਼ੁਰੂ ਕੀਤਾ ਕਿ ਸ਼ਾਇਦ ਇਹਨਾਂ ਦਾ ਪੈਸ਼ਨ ਹੈ ਔਰ ਇਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ। ਸ਼ੁਰੂਆਤ ਇੱਥੋਂ ਹੋਈ ਸੀ। ਹਾਲਾਂਕਿ ਹੁਣ ਜਿਹੜਾ ਹੈ, ਹੁਣ ਇੰਝ ਲੱਗਦਾ ਹੈ ਕਿ ਮੈਂ ਬੜਾ ਪ੍ਰਾਊਡ ਫੀਲ ਕਰਦੀ ਹਾਂ। ਜਿਵੇਂ ਬੱਚੇ ਕੁਝ ਸਕੂਲਸ ਵਿੱਚ ਜਾਂਦੇ ਸਨ ਤੇ ਕੁਝ ਟਰੋਫੀ ਜਿੱਤ ਕੇ ਲੈ ਕੇ ਆਉਂਦੇ ਸਨ ਨਾ, ਤੇ ਹੁਣ ਜਦੋਂ ਇਹ ਕੁਝ ਕਾਰਜ ਕਰਦੇ ਨੇ ਔਰ ਮੈਂ ਰਸਤੇ ਵਿੱਚ ਚੱਲ ਰਹੀ ਹੁੰਦੀ ਹਾਂ, ਲੋਕ ਮਿਲਦੇ ਨੇ ਔਰ ਕਹਿੰਦੇ ਨੇ ਆ ਬਾਬੂ ਜੀ ਕੀ ਵਾਈਫ ਹੈ ਔਰ ਕਿੱਥੇ ਕੁਝ ਕਰਾਉਣ ਜਾਵਾਂ ਜਾਂ ਕਿੱਥੇ ਜਾਵਾਂ, ਕੋਈ ਵੀ ਮਿਲਦਾ ਹੈ ਨਾ ਔਰ ਇਹਨਾਂ ਦੇ ਨਾਮ ਤੋਂ ਮੈਨੂੰ ਪਛਾਣਦੇ ਨੇ, ਤਾਂ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ। ਜਿਵੇਂ ਇੱਕ ਮਾਂ ਆਪਣੇ ਬੱਚੇ ਤੇ ਪ੍ਰਾਊਡ ਫੀਲ ਕਰਦੀ ਹੈ, ਮੈਨੂੰ ਇਹਨਾਂ ਤੇ ਬੜਾ ਪ੍ਰਾਊਡ ਫੀਲ ਹੁੰਦਾ ਕਿ ਇਹ ਜੋ ਕਰ ਰਹੇ ਨੇ ਮੈਂ ਕਦੀ ਨਹੀਂ ਕਰ ਸਕਦੀ। मेरा नाम विजय कुमार है, मैं यही शिमला का रहने वाला हूँ और मैं अलमाइटी ब्लेसिंग बॉबी जी की संस्था से पिछले 5 साल से जुड़ा हूँ और मेरा अपना बिजनेस है और मैं बिजनेस से फ्री होके यहाँ सेवा करने आता हूँ। मेरे को इस काम में अच्छा लगता है, लोगों की सेवा करना, और दिल को तसल्ली मिलती है। मैं संजय वर्मा इनकम टैक्स डिपार्टमेंट में सर्विस कर रहा हूँ। तो आप मतलब जो सरबजीत सिंह जी के बारे में पूछ रहे हैं, तो हम तो इनके बहुत फ़ैन हैं, क्योंकि जो ये काम करते हैं ऐसा काम जो है कोई करने वाला हमको तो दिखा नहीं है। और सबसे बड़ा तो इनका जो है वो है कि डेड बॉडी वैन जो चलाते हैं, जिसमें डेड बॉडी को हाथ लगाने में भी कोई भी आदमी जो है डरता है, तो ये दिन रात जो है सेवा करते हैं। तो ये बहुत ही ज़्यादा जो है नेक काम कर रहे हैं। ये शिमला की जनता के लिए तो बहुत ही एक तरह से भगवान का दूसरा रूप है। मैं प्रोफेसर आर के गठवानी है और अपने साथ
इंजीनियर अशोक ग्रोवर जी और श्री आरपी राणा जी के साथ सिर्फ ये कहना चाहता हूँ कि जहाँ पर ये जो अन्नपूर्णा सेवा समिति का प्रोग्राम आज से 4.5 साल पहले शुरू हुआ, ये हमें प्रेरणा मिली सरबजीत सिंह बॉबी जी से, क्योंकि उन्होंने शिमला में इसको हमसे पहले शुरू किया और हमारे मन में यही था कि यदि सरबजीत सिंह बॉबी जी शिमला शुरू कर सकते हैं तो हम सोलन में क्यों नहीं कर सकते हैं। मेरा नाम शम्मी है, मैं तारा हॉल में काम करती हूँ ऑफिस में। तो हम मिस्टर सरबजीत सर को चपातियाँ हमारे स्कूल से जाती हैं हर मंडे और थर्सडे को, जो कि कैंसर हॉस्पिटल में जाती है। एंड आई थिंक ये बहुत इम्पॉर्टेंट चीज़ है। हॉस्पिटल में लोग इतने पेशेंट्स आते हैं, उनके साथ बहुत सारे लोग आते हैं, तो उनको हेल्पफुल होता है। ਇਹ ਦੋ ਬੱਚੇ ਆ ਕੇ ਮੈਨੂੰ ਪ੍ਰੈਜ਼ੈਂਟ ਕਰ ਗਏ ਸੀ। ਉਹਨਾਂ ਨੇ ਮੇਰੇ ਉੱਤੇ ਇੱਕ ਪੋਇਮ ਲਿਖੀ ਸੀ ਜਦ ਮੈਂ ਬਿਮਾਰ ਸੀ, ਤੇ ਇਹਦੀ ਅਗਰ ਵਰਡਿੰਗ ਤੁਸੀਂ ਧਿਆਨ ਨਾਲ ਪੜੋਗੇ ਕਿ ਮੈਂ ਹਮਦਰਦੀ ਕੀ। मेरा नाम गौरव है, मैं भी शिमले तो ही बिलोंग करना एंड बॉबी ਜਿਹੜਾ ਹੈ ਪੂਰੇ ਹਿਮਾਚਲ ਵਿੱਚ ਇਹਨਾਂ ਨੂੰ ਵੇਲਾ ਬॉबी ਕਰਕੇ ਕਹਿੰਦੇ ਨੇ। ਐਂਡ ਆਈ ਥਿੰਕ ਸੋ ਹੀ ਇਜ਼ ਵਨ ਆਫ ਦ ਬੈਸਟ ਪਰਸਨ ਇਨ ਦ ਸੋਸ਼ਲ ਵਰਕਰ। ਜੋ ਵੀ ਇਹ ਕਾਰਨ ਨੇ ਮੰਨ ਲੈ ਕੇ ਇਹਨੂੰ ਕਹਿ ਸਕਦੇ ਨੇ ਮਾਨਵਤਾ ਵਾਸਤੇ ਹੈ। My name is सार्विका चौहान। मैं ऑकलैंड हाउस स्कूल में पढ़ती हूँ। मैं हर वेडनेसडे को 3 चपातीस हॉस्पिटल के लिए ले जाती हूँ। ਕਈ ਵਾਰੀ ਸਾਨੂੰ ਜ਼ਿੰਦਗੀ ਵਿੱਚ ਕੁਝ ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਮਿਲਦੀਆਂ ਨੇ ਜਿਨ੍ਹਾਂ ਨੂੰ ਮਿਲ ਕੇ ਸਾਨੂੰ ਲੱਗਦਾ ਹੈ ਕਿ ਸੱਚੀ ਜ਼ਿੰਦਗੀ ਵਿੱਚ ਹਿਊਮੈਨਿਟੀ ਵਾਲੇ ਲੋਕ ਹਜੇ ਵੀ ਜ਼ਿੰਦਾ ਨੇ, ਜਿਨ੍ਹਾਂ ਦੇ ਦਿਲ ਵਿੱਚ ਚੰਗੇ ਕੰਮ ਕਰਨ ਦੀ ਨੀਅਤ ਔਰ ਚੰਗੇ ਭਾਵ ਹੈਗੇ ਨੇ। ਤੇ ਸਰ ਨੂੰ ਮਿਲ ਕੇ ਵੀ ਮੈਨੂੰ ਇਦਾਂ ਦਾ ਹੀ ਮਹਿਸੂਸ ਹੋਇਆ। ਸਰ ਨੇ ਜਿੰਨੇ ਚੰਗੇ ਸਰ ਕੰਮ ਕਰਦੇ ਨੇ ਉਨੇ ਹੀ ਸਰ ਚੰਗੇ ਰੀਅਲ 'ਚ ਵੀ ਨੇ। ਅਸੀਂ ਉਹਨਾਂ ਨੂੰ ਔਨ ਗਰਾਊਂਡ ਹੋ ਕੇ ਮਿਲਿਆ ਆ, ਕੱਲ੍ਹ ਦੇ ਉਹਨਾਂ ਨਾਲ ਟਾਈਮ ਸਪੈਂਡ ਕਰ ਰਹੇ ਹਾਂ ਤੇ ਅਸੀਂ ਸੀਰੀਅਸਲੀ ਸਰ ਨੂੰ ਜਾਣਿਆ ਹੈ ਕਿ ਸਰ ਕਿੱਦਾਂ ਕਿਹੜਾ ਕੰਮ ਕਰਦੇ ਨੇ, ਕਿੱਦਾਂ ਨਹੀਂ ਕਰਦੇ, ਕਿਹੜੀਆਂ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ। ਸੋ ਮੈਨੂੰ ਸਰ ਨਾਲ ਮਿਲ ਕੇ ਬਹੁਤ ਚੰਗਾ ਲੱਗਾ ਹੈ ਤੇ ਮੈਂ ਇਹੋ ਚਾਹੂੰਗੀ ਕਿ ਮੈਂ ਹਮੇਸ਼ਾ ਸਰ ਦੇ ਨਾਲ ਜੁੜੀ ਰਵਾਂ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਸਰ ਦੇ ਨਾਲ ਜੋੜਾਂ। ਬਾਕੀ ਮੈਂ ਸਰ ਨੂੰ ਪੁੱਛਣਾ ਚਾਹਾਂਗੀ ਕਿ ਉਹਨਾਂ ਦਾ ਸਾਡੇ ਨਾਲ ਇਹ ਐਕਸਪੀਰੀਅੰਸ ਕਿੱਦਾਂ ਦਾ ਰਿਹਾ। ਮੇਰਾ ਵੀ ਇੱਕ ਬਹੁਤ ਹੀ ਅੱਛਾ ਐਕਸਪੀਰੀਅੰਸ ਰਿਹਾ, ਜਿਸ ਵਿੱਚ ਮੈਨੂੰ ਆਪਣੀ ਸਾਰੀ ਐਕਟੀਵਿਟੀਜ਼ ਦੱਸਣ ਦਾ ਤੁਹਾਨੂੰ ਮੌਕਾ ਮਿਲਿਆ। ਤੁਸੀਂ ਸਾਡੇ ਘਰੇ ਵੀ ਆਏ, ਲੰਗਰ ਆ ਕੇ ਵੀ ਸੇਵਾ ਦੇਖੀ। ਅਸੀਂ ਜਿਹੜਾ ਲੰਗਰ ਲਾ ਰਹੇ ਹਾਂ ਉਹਨਾਂ ਲੋਕਾਂ ਲਈ ਲਾ ਰਹੇ ਹਾਂ ਜਿਹੜੇ ਮਜਬੂਰ ਨੇ, ਲਾਚਾਰ ਨੇ। ਇਹ ਮੇਰਾ ਸਿੱਖ ਧਰਮ ਮੈਨੂੰ ਸਿਖਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਨਸਾਨੀਅਤ ਦੀ ਸੇਵਾ ਸਭ ਤੋਂ ਸੱਚਾ ਧਰਮ ਹੈ। ਸਾਡਾ ਧਰਮ ਇੱਕੋ ਹੀ ਗੱਲ ਸਿਖਾਉਂਦਾ, ਮਾਨਸ ਕੀ ਜਾਤ ਸਭ ਇੱਕ ਹੈ, ਇੱਕੋ ਪਹਿਚਾਨ ਹੋ, ਗਰੀਬ ਦਾ ਮੂੰਹ ਗੁਰੂ ਦੀ ਗੋਦਕ। ਸਾਨੂੰ ਅਗਰ ਇਹ ਕੁਝ ਚੀਜ਼ਾਂ ਸਮਝ ਆ ਜਾਣ ਤੇ ਸਾਡਾ ਜੀਵਨ ਸੌਖਾ ਹੋ ਜਾਏਗਾ। ਬੀ ਅ ਸੱਚਾ ਸਰਦਾਰ, ਬੀ ਅ ਸਿੱਖ, ਤੇ ਮਨ ਮਾਣ ਹੈ ਇੰਡੀਅਨ ਹੋਣ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।